विचारों को रिपीट करने वाला परमेश्वर है और इसी रीति से परमेश्वर ने इस बच्चे के जीवन से मनबुद्धि कहलाने की नामधराई को खत्म किया। तो आइए सुनते हैं इस शॉकिंग टेस्टमनी को। सारिਆਂ ਨੂੰ जय मसीह दी। मेरा नाम मनदीप है। आ मेरा बेटा गगनदीप सिंह आ। ਅਸੀਂ ਫਰੀਦਕੋਟ ਦੇ ਰਹਿਣ ਵਾਲੇ ਆ। ਇਹਦੀ ਜ਼ਿੰਦਗੀ ਦੀ ਬਹੁਤ ਵੱਡੀ ਮੈਂ ਗਵਾਹੀ ਅੱਜ ਦੇਣ ਜਾ ਰਹੀ। ਸਨ 2015 ਚ ਮੇਰੇ ਬੇਟੇ ਦਾ ਜਨਮ ਹੋਇਆ ਤੇ ਇਹ ਜਦੋਂ ਜਨਮ ਹੋਇਆ ਤੇ ਵੀ ਇਹ ਬਿਲਕੁਲ ਵੀ ਨਹੀਂ ਰੋਇਆ ਸੀ ਤੇ ਇਹਦੇ ਪਾਪਾ ਨੂੰ ਵੀ ਡਾਕਟਰਾਂ ਨੇ ਕਹਿਤਾ ਸੀਗਾ ਵੀ ਬੱਚਾ ਨਾਰਮਲ ਨਹੀਂ ਗਾ। ਇਹਦੀ ਦਾਦੀ ਨੂੰ ਵੀ ਕਹਿਤਾ ਸੀਗਾ। ਜਦੋਂ 2 ਦਿਨਾਂ ਬਾਅਦ ਮੈਨੂੰ ਸੁਰਤ ਆਈ ਆ ਤੇ ਮੇਰੇ ਹਸਬੈਂਡ ਨੇ ਮੈਨੂੰ ਦੱਸਿਆ ਕਿ ਤੇ ਉਹਨਾਂ ਨੇ ਕਿਹਾ ਵੀ ਬੱਚਾ ਵੀ ਨਾਰਮਲ ਨਹੀਂ ਗਾ, ਵੀ ਪਾਗਲ ਆ ਬੱਚਾ। ਮੈਨੂੰ ਮੇਰੇ ਹਸਬੈਂਡ ਦੀ ਗੱਲ ਸੁਣ ਕੇ ਬਹੁਤ ਧੱਕਾ ਲੱਗਾ ਤੇ ਫਿਰ 2 ਦਿਨਾਂ ਬਾਅਦ ਅਸੀਂ ਛੁੱਟੀ ਲਈ ਡਾਕਟਰ ਤੋਂ ਤੇ ਅਸੀਂ ਘਰੇ ਆ ਗਏ। ਜਿਵੇਂ ਜਿਵੇਂ ਇਹਦੀ ਗਰੋਥ ਹੁੰਦੀ ਗਈ ਤੇ ਉਵੇਂ ਉਵੇਂ ਹੀ ਇਹ ਵੀ ਸਾਨੂੰ ਵੀ ਨਾ ਤੇ ਬੋਲਦਾ ਸੀ ਤੇ ਨਾ ਹੀ ਕੁਝ ਖਾਂਦਾ ਸੀ ਤੇ ਨਾ ਹੀ ਇਹ ਚੱਲਦਾ ਸੀਗਾ। ਇਹ ਜਮਾਂ ਹੀ ਵੀ ਮੰਜੇ ਤੇ ਹੋ ਗਿਆ ਸੀਗਾ। ਵੀ ਡਾਕਟਰਾਂ ਨੇ ਪਹਿਲਾਂ ਹੀ ਕਲੀਅਰ ਕੀਤਾ ਸੀ ਇੱਕ ਤਾਂ ਤੇ ਇੱਕ ਸਾਨੂੰ ਵੀ ਫਿਰ ਸਾਨੂੰ ਵੀ ਇਹਨੂੰ ਅਸੀਂ ਸਿਰਫ ਕੱਲਾ ਦੁੱਧ ਜਾਂ ਦਲੀਆ ਹੀ ਦਿੰਦੇ ਸੀ ਤੇ ਉਹ ਵੀ ਇਹ ਵੀ ਜਦੋਂ ਇਹਨੂੰ ਪਾ ਕੇ ਵੀ ਜਾਂ ਢੋ ਲਾ ਕੇ ਖਵਾ ਦੇਣਾ ਤੇ ਇਹਦੇ ਗਾਂ ਲੰਘ ਜਾਂਦਾ ਸੀਗਾ ਤੇ ਨਹੀਂ ਫਿਰ ਇਹਨੇ ਵੀ ਇੱਕ ਪਾਸੇ ਦੀ ਬਾਹਰ ਕੱਢ ਦਿੰਦਾ ਸੀਗਾ ਸਾਰਾ ਇਹ। ਤੇ ਇਹਦੇ 24 ਘੰਟੇ ਫਿਰ ਮੈਂ ਇਹਦੇ ਡੈਂਪਰ ਲਾਈ ਰੱਖਦੀ ਸੀਗੀ ਕਿਉਂਕਿ ਇਹ ਨਾ ਲੈਟਰਿਨ ਬਾਅਦ ਦੱਸ ਸਕਦਾ ਸੀ, ਨਾ ਇਹਨੂੰ ਸੁਣਦਾ ਸੀ, ਨਾ ਇਹ ਬੋਲਦਾ ਸੀ ਤੇ ਨਾ ਹੀ ਇਹਨੂੰ ਪਤਾ ਲੱਗਦਾ ਸੀਗਾ ਵੀ ਕੌਣ ਮੇਰਾ ਡੈਡੀ ਆ, ਕੌਣ ਮੇਰੀ ਮੰਮਾ ਹੈ। ਜਦੋਂ ਇਦਾਂ ਦੀ ਇਹਦੀ ਹਾਲਤ ਦੇਖੀ ਤੇ ਸਾਡੇ ਕਿਸੇ ਰਿਸ਼ਤੇਦਾਰ ਨੇ ਮੈਨੂੰ ਸਲਾਹ ਦਿੱਤੀ ਵੀ ਤੁਸੀਂ ਵੱਡੇ ਮੈਡੀਕਲ ਦਿਖਾ ਲਓ ਇੱਕ ਵਾਰੀ ਇਹਨੂੰ। ਤੇ ਉੱਥੇ ਜਦੋਂ ਅਸੀਂ ਇਹਨੂੰ ਲੈ ਕੇ ਗਏ ਇਹਦੇ ਸਿਟੀ ਸਕੈਨ ਹੋਏ ਦਿਮਾਗ ਦੇ ਤੇ ਉੱਥੇ ਫਿਰ ਡਾਕਟਰਾਂ ਨੇ ਇਹਨੂੰ ਕਲੀਅਰ ਕਰਤਾ ਸੀ ਵੀ ਇਹਦਾ ਦਿਮਾਗ ਹੀ ਨਹੀਂ ਹਜੇ ਬਣਿਆਗਾ ਤੇ ਇਹਨੂੰ ਵੀ ਡਾਕਟਰਾਂ ਨੇ ਕਹਿਤਾ ਸੀ ਵੀ ਇਹ ਮੰਦਬੁੱਧੀ ਬੱਚਾ ਏ, ਵੀ ਸਾਰੀ ਉਮਰ ਹੀ ਆਏ ਰਹੂਗਾ ਇਹ। ਜਿੱਦਾਂ ਜਿੱਦਾਂ ਇਹਦੀ ਉਮਰ ਵੱਧਦੀ ਜਾਂਦੀ ਸੀਗੀ ਤੇ ਫਿਰ ਇਹ ਲਗਾਤਾਰ ਵੀ ਸਾਡੇ ਤੇ ਡਿਪੈਂਡ ਹੋ ਗਿਆ ਸੀ, ਖਾਸ ਕਰਕੇ ਮੇਰੇ ਤੇ, ਕਿਉਂਕਿ ਮੈਂ ਹੀ ਇਹਦਾ ਜ਼ਿਆਦਾ ਧਿਆਨ ਰੱਖਦੀ ਸੀਗੀ। ਇਹਨੇ ਮੰਜੇ ਤੇ ਬਿਠਾ ਕੇ ਆਪਦੀ ਗੋਦੀ 'ਚ ਪਾ ਕੇ ਇਹਨੂੰ ਦਲੀਆ ਖਵਾ ਦੇਣਾ ਜਾਂ ਥੋੜਾ ਦੁੱਧ ਦੇ ਦੇਣਾ, ਬਾਕੀ ਕੁਛ ਵੀ ਨਹੀਂ ਸੀ ਖਾਂਦਾ। ਇਹਦੇ ਸਾਰੀ ਦਿਹਾੜੀ ਮੂੰਹ 'ਚੋਂ ਲਾਲਾਂ ਡਿੱਗੀ ਜਾਂਦੀਆਂ ਹੁੰਦੀਆਂ ਸੀ ਤੇ ਅਸੀਂ ਸਾਰੀ ਦਿਹਾੜੀ ਇਹਦੀ ਛਾਤੀ ਤੇ ਕੱਪੜਾ ਰੱਖਦੇ ਹੁੰਦੇ ਸੀ ਕਿਉਂਕਿ ਲਾਲਾਂ ਡਿੱਗਣ ਨਾਲ ਇਹਦੇ ਮੱਖੀਆਂ ਦੇ ਮੂੰਹ ਦੇ ਵਿੱਚ ਵੜ ਜਾਂਦੀਆਂ ਸੀਗੀਆਂ। 24 ਘੰਟੇ ਮੱਖੀਆਂ ਰਹਿੰਦੀਆਂ ਸੀ। ਇਹਨੂੰ ਨਵਾ ਵੀ ਦਿੰਦੇ ਸੀ ਫਿਰ ਵੀ ਇਹ ਲਾਲਾਂ ਸੱਟ ਕੇ ਉਹੋ ਜਿਹੇ ਗੰਦਾ ਹੀ ਹੋ ਜਾਂਦਾ ਸੀਗਾ। ਨਾ ਇਹਨੂੰ ਚੀਜ਼ ਦੀ ਸੁਰਤ ਰਹਿੰਦੀ ਸੀ ਖਾਣ ਪਿੱਛੋਂ ਤੇ ਨਾ ਇਹਨੂੰ ਵੀ ਆਏ ਸੀ ਜੇ ਇਹਦੇ ਡੈਂਪਰ ਅਸੀਂ ਨਾ ਲਾਉਣਾ ਤੇ ਇਹਨੇ ਲੈਟਰਿਨ ਬਾਥਰੂਮ ਵਿੱਚ ਹੀ ਕਰ ਦੇਣਾ ਹੁੰਦਾ ਸੀਗਾ। ਜਦੋਂ ਮੈਂ ਇਹਦੇ ਬੰਨੀ ਦੇਖਦੀ ਸੀਗੀ ਤੇ ਮੈਨੂੰ ਆਪਦੇ ਬੁਢਾਪੇ ਦੀ ਵੀ ਚਿੰਤਾ ਹੁੰਦੀ ਸੀ ਵੀ ਸਾਨੂੰ ਬਾਅਦ 'ਚ ਇਹਦੇ ਤੋਂ ਕੌਣ ਸੰਭਾਲੂਗਾ। ਵੀ ਮੈਨੂੰ ਤਾਂ ਇਹ ਆਸ ਸੀਗੀ ਵੀ ਚਲੋ ਇਹ ਵੱਡਾ ਹੋਊਗਾ, ਨਾਰਮਲ ਹੋਊਗਾ ਬੱਚਾ ਮੇਰੇ ਕੋਲੇ ਤੇ ਅਸੀਂ ਇਹਦੇ ਤੇ ਡਿਪੈਂਡ ਹੋ ਜਾਵਾਂਗੇ, ਪਰ ਇਹ ਸਾਰੀ ਉਮਰ ਲਈ ਸਾਡੇ ਤੇ ਡਿਪੈਂਡ ਹੋ ਗਿਆ ਸੀਗਾ। ਲੋਕੀ ਜਦੋਂ ਮੇਰੇ ਬੇਟੇ ਨੂੰ ਦੇਖਦੇ ਸੀ ਨਾ ਤੇ ਲੋਕੀ ਇਹਨੂੰ ਕਮਲਾ ਕਹਿੰਦੇ ਹੁੰਦੇ ਸੀਗੇ ਵੀ ਇਹ ਸਹੀ ਨਹੀਂ ਹੋ ਸਕਦਾ, ਇਹ ਸਾਰੀ ਉਮਰ ਹੀ ਨਹੀਂ ਇਹਨੇ ਸਹੀ ਹੋਣਾਗਾ, ਤੂੰ ਚੱਕੀ ਫਿਰ ਜਿੱਥੇ ਮਰਜੀ ਇਹਨੂੰ ਲੈ ਜਾ। ਕਿੰਨੇ ਹੀ ਮੈਂ ਡਾਕਟਰ 3 ਤੋਂ 4 ਡਾਕਟਰ ਬਦਲਤੇ ਸੀਗੇ। ਮੈਨੂੰ ਲੋਕੀ ਜਿੱਥੇ ਵੀ ਦੱਸ ਪਾਉਂਦੇ ਸੀ ਮੈਂ ਉੱਥੇ ਹੀ ਜਾ ਵੜਦੀ ਸੀ। ਮੈਂ ਕਹਿੰਦੀ ਸੀ ਚੱਲ ਮੇਰਾ ਬੱਚਾ ਅੱਜ ਇੱਥੋਂ ਵੀ ਠੀਕ ਹੋ ਜਾਵੇ, ਅੱਜ ਇੱਥੋਂ ਵੀ ਠੀਕ ਹੋ ਜਾਵੇ। ਜਿਹੜੇ ਆਮ ਬੱਚੇ ਹੁੰਦੇ ਆ ਉਹ 2 ਸਾਲਾਂ ਤੱਕ ਵੀ ਤੁਰਨ ਫਿਰਨ ਚੱਲ ਪੈਂਦੇ ਆ, ਮੰਮਾ ਪਾਪਾ ਕਹਿਣ ਲੱਗ ਪੈਂਦੇ ਆ ਤੇ ਪਰ ਇਹ ਕੋਈ ਰਿਸਪੌਂਸ ਨਹੀਂ ਸੀ ਦਿੰਦਾ ਸਾਨੂੰ। ਵੀ ਅਸੀਂ ਦੋਵੇਂ ਵੀ ਜੀ ਤਰਸਦੇ ਰਹਿੰਦੇ ਹੁੰਦੇ ਸੀਗੇ ਵੀ ਕਦੋਂ ਸਾਡਾ ਬੱਚਾ ਬੋਲੂਗਾ, ਕਦੋਂ ਸਾਨੂੰ ਮੰਮਾ ਪਾਪਾ ਕਹੂਗਾ, ਪਰ ਇਹਨੇ ਕਦੇ ਕੋਈ ਵੀ ਸਾਨੂੰ ਜਵਾਬ ਨਹੀਂ ਸੀ ਦਿੱਤਾ। ਇਹ ਜਿੱਥੇ ਅਸੀਂ ਇਹਨੂੰ ਪਾ ਦੇਣਾ ਉੱਥੇ ਇਹਨੇ ਪਿਆ ਰਹਿਣਾ ਸਾਰੀ ਦਿਹਾੜੀ। ਜੇ ਇਹਨੂੰ ਮੈਂ ਛਾਵੇਂ ਕਰਕੇ ਪਾ ਜਾਣਾ ਤੇ ਇਹਨੇ ਛਾਵੇਂ ਪਿਆ ਰਹਿਣਾ, ਜੇ ਇਹਨੂੰ ਮੈਂ ਧੁੱਪੇ ਕਰਕੇ ਪਾ ਦੇਣਾ ਤੇ ਇਹਨੇ ਧੁੱਪੇ ਪਿਆ ਰਹਿਣਾ। ਇਹਨੂੰ ਕਦੇ ਇਹ ਨਹੀਂ ਸੀ ਹੋਇਆ ਵੀ ਮੈਨੂੰ ਛਾਂ ਲੱਗਦੀ ਆ ਜਾਂ ਮੈਨੂੰ ਕਦੇ ਧੁੱਪ ਲੱਗਦੀ। ਮੇਰੇ ਨਾਲ ਮੇਰੇ ਹਸਬੈਂਡ ਵੀ ਬਹੁਤ ਦੁਖੀ ਸੀਗੇ। ਅਸੀਂ ਜਦੋਂ ਵੀ ਕਿਤੇ ਰਿਸ਼ਤੇਦਾਰੀ 'ਚ ਜਾਂਦੇ ਹੁੰਦੇ ਸੀ ਵੀ ਜਿਵੇਂ ਵਿਆਹ ਸ਼ਾਦੀ ਹੋਣਾ ਜਾਂ ਕੋਈ ਹੋਰ ਪ੍ਰੋਗਰਾਮ, ਨਿੱਕਾ ਮੋਟਾ ਪ੍ਰੋਗਰਾਮ ਕਰਨਾ ਰਿਸ਼ਤੇਦਾਰੀ 'ਚ, ਪਹਿਲੀ ਗੱਲ ਤਾਂ ਮੈਂ ਜਾਂਦੀ ਨਹੀਂ ਸੀ ਹੁੰਦੀ ਕਿਉਂਕਿ ਮੈਂ ਸਾਰਾ ਇਹ ਮੇਰੇ ਤੇ ਡਿਪੈਂਡ ਸੀਗਾ। ਤੇ ਜੇ ਮੈਂ ਜਾ ਵੀ ਵੜਨਾ ਤੇ ਉੱਥੇ ਮੰਜੇ ਤੇ ਪਾ ਦੇਣਾ ਤੇ ਉੱਥੇ ਵੀ ਕੋਲੇ ਬੈਠੀ ਰਹਿਣਾ ਮੈਂ, ਵੀ ਕੋਈ ਇਹਦੇ ਉੱਤੇ ਨਾ ਆ ਕੇ ਪੈ ਜਾਵੇ। ਕਈ ਵਾਰੀ ਤਾਂ ਇਦਾਂ ਦਾ ਸਮਾਂ ਆ ਜਾਂਦਾ ਸੀ ਵੀ ਮੈਨੂੰ ਇਹਦੇ ਨਾਲ ਰਾਤ ਨੂੰ ਜਾਗਣਾ ਪੈਂਦਾ ਸੀਗਾ ਕਿਉਂਕਿ ਇਹ ਵੀ ਕਈ ਵਾਰੀ ਬਾਥਰੂਮ ਨਾਲ ਵੀ ਜਦੋਂ ਡੈਂਪਰ ਲਾਈਦਾ ਸੀ ਬਾਥਰੂਮ ਘੜੀ ਰਾਤ ਨੂੰ ਵੀ ਜਿਵੇਂ ਵੀ ਸਿਆਲਾਂ ਦੇ ਦਿਨ ਹੁੰਦੇ ਸੀ ਡੈਂਪਰ ਭਰ ਜਾਂਦਾ ਸੀਗਾ ਤੇ ਫਿਰ ਇਹਦੇ ਵੀ ਡੈਂਪਰ ਨਾਲ ਇਹਦੇ ਸੰਨ ਲੱਗ ਜਾਂਦੇ ਸੀਗੇ। ਫਿਰ ਸਾਰੀ ਰਾਤ ਜਾ ਕੇ ਦੇਖਣਾ ਪੈਂਦਾ ਸੀਗਾ ਵੀ ਕਿਤੇ ਡੈਂਪਰ ਬਾਥਰੂਮ ਨਾਲ ਭਰ ਤਾਂ ਨਹੀਂ ਗਿਆ। ਮੇਰਾ ਬੇਟਾ 8 ਸਾਲ ਦਾ ਹੋ ਗਿਆ ਸੀਗਾ ਤੇ ਨਾ ਹੀ ਤਾਂ ਇਹ ਬੋਲਦਾ ਸੀ, ਨਾ ਹੀ ਚੱਲਦਾ ਸੀਗਾ ਤੇ ਨਾ ਹੀ ਇਹਨੂੰ ਸੌਂਦਾ ਸੀਗਾ
ਤੇ ਜਿਵੇਂ ਨਾਮ ਬੱਚੇ ਜਦ ਮੇਰੀ ਵੀ ਮਾਂ ਕੇਅਰ ਕਰਦੀ ਆ, ਮੈਂ ਉਵੇਂ ਹੀ ਇਹਦੀ ਕੇਅਰ ਕਰਦੀ ਹੁੰਦੀ ਸੀਗੀ ਵੀ ਇਹਨੂੰ ਆਪ ਹੀ ਇਹਨੂੰ ਨਵਾਉਣਾ, ਆਪ ਹੀ ਇਹਦੇ ਡੈਂਪਰ ਚੇਂਜ ਕਰਨਾ, ਆਪ ਹੀ ਇਹਦੇ ਕੱਪੜੇ ਚੇਂਜ ਕਰਨੇ, ਆਪ ਹੀ ਇਹਨੂੰ ਦਲੀਆ ਜਾਂ ਦੁੱਧ ਦੇਣਾ, ਆਪ ਹੀ ਇਹਨੂੰ ਧੁੱਪੇ ਛਾਵੇਂ ਕਰਦੀ ਹੁੰਦੀ ਸੀ ਮੈਂ ਚੱਕ ਕੇ। ਮੈਨੂੰ ਇਹ ਟੈਨਸ਼ਨ ਰਹਿੰਦੀ ਸੀ ਕਿ ਵੀ ਜੇ ਮੈਨੂੰ ਵੀ ਮੈਂ ਜਾਂ ਮੇਰੇ ਹਸਬੈਂਡ ਨੂੰ ਜਾਂ ਮੈਨੂੰ ਵੀ ਬੁਢੇਪੇ ਤੋਂ ਬਾਅਦ ਇਹਨੂੰ ਕੌਣ ਸੰਭਾਲੂਗਾ ਵਿਚਾਰੇ ਨੂੰ, ਵੀ ਅਸੀਂ ਤਾਂ ਚੱਲ ਬੁੱਢੇ ਹੋ ਜਾਾਂਗੇ ਦੋਵੇਂ ਜੀ, ਤੇ ਇਹਨੂੰ ਕੌਣ ਸੰਭਾਲੂਗਾ ਬਾਅਦ ਚ ਵਿਚਾਰੇ ਨੂੰ। ਇੱਕ ਦਿਨ ਆਈ ਮੇਰੀ ਸਹੇਲੀ ਮੇਰੇ ਘਰੇ ਆਈ ਤੇ ਉਹਨੇ ਅੰਕਲ ਨਰੂਲਾ ਮਿਨਿਸਟਰੀ ਬਾਰੇ ਦੱਸਿਆ ਤੇ ਉਹ ਕਹਿੰਦੀ ਵੀ ਉੱਥੇ ਬਹੁਤ ਵੱਡੇ ਵੱਡੇ ਮੌਜਵੇ ਹੁੰਦੇ ਆ, ਵੀ ਤੂੰ ਵੀ ਇਹਨੂੰ ਲੈ ਕੇ ਚੱਲ, ਉੱਥੇ ਲੰਗੜੇ ਚੱਲਦੇ ਆ, ਗੁੰਗੇ ਬੋਲਦੇ ਆ ਤੇ ਬੋਲੇ ਸੁਣਦੇ ਆ। ਫਿਰ ਮੈਂ ਜਿੱਦਾਂ ਹੀ ਆਪਦਾ ਮੈਂ ਵੀ ਮਨ ਬਣਾਇਆ, ਮੈਂ ਆਪਦੇ ਹਸਬੈਂਡ ਨਾਲ ਗੱਲ ਕੀਤੀ, ਮੈਂ ਕਿਹਾ ਵੀ ਆਪਾਂ ਆਪਣੇ ਬੱਚੇ ਨੂੰ ਲੈ ਕੇ ਚੱਲੀਏ ਇੱਕ ਵਾਰੀ ਉੱਥੇ, ਵੀ ਆਪਾਂ ਸਭ ਥਾਵਾਂ ਤੇ ਟਰਾਈ ਕਰਕੇ ਵੇਖ ਲਿਆ, ਵੀ ਸਭ ਜਗ੍ਹਾ ਤੋਂ ਆਪਾਂ ਨੂੰ ਜਵਾਬ ਹੀ ਮਿਲਿਆ ਵੀ ਆਪਾਂ ਇੱਕ ਵਾਰੀ ਉੱਥੇ ਜਾ ਕੇ ਵੇਖੀਏ। ਜਦੋਂ ਮੈਂ ਇੱਥੇ ਪਹਿਲੀ ਵਾਰ ਆਈ ਤੇ ਮੈਨੂੰ ਮਨ 'ਚ ਮੇਰੇ ਇਹੀ ਆਇਆ ਵੀ ਮੇਰਾ ਬੱਚਾ ਠੀਕ ਹੋ ਜਾਊਗਾ ਇੱਥੇ। ਫਿਰ ਅਸੀਂ ਲਗਾਤਾਰ ਚਰਚ ਆਉਂਦੇ ਰਹੇ ਤੇ ਪਰਮੇਸ਼ਰ ਦੇ ਵਚਨ ਨੂੰ ਸੁਣਿਆ, ਅਸੀਂ ਗਵਾਹੀਆਂ ਸੁਣੀਆਂ ਤੇ ਸਾਡਾ ਵਿਸ਼ਵਾਸ ਵੱਧਦਾ ਗਿਆ। 21/10/2021 ਨੂੰ ਮੈਂ ਜਦੋਂ ਚਰਚ ਦੇ ਵਿੱਚ ਆਈ ਤੇ ਮੈਂ ਆਪਣੇ ਬੇਟੇ ਨੂੰ ਗੋਦ ਦੇ ਵਿੱਚ ਚੱਕ ਕੇ ਲੈ ਕੇ ਆਈ ਸੀ। ਉਸ ਦਿਨ ਜਦੋਂ ਪ੍ਰਭੂ ਦੇ ਦਾਸ ਨੇ ਖਾਸ ਬਿਮਾਰਾਂ ਲਈ ਪ੍ਰਾਰਥਨਾ ਕੀਤੀ ਤੇ ਮੈਂ ਆਪਣੇ ਬੇਟੇ ਲਈ ਰਿਸੀਵ ਕੀਤਾ ਉਹ ਵਲਡਾ ਨੂੰ। मैं कमांड करता हूं हर वो अंधकार की शक्ति जो डिले के कारण है, जो बीमारी का कारण है, जो फाइनेंशियल ट्रबल का कर्ज का कारण है, मैं कमांड करता हूं आपकी लाइफ को छोड़ के जाने के लिए यीशु मसीह के सामर्थ्य नाम में मैं घोषणा करता हूं हर एक मुर्दा चीज जी उठे, हर एक मरा हुआ अंग जी उठे, हर वो चीज जो मुर्दा है वो जी उठे यीशु मसीह के सामर्थ्य नाम में। ਜਦੋਂ ਉਸ ਦਿਨ ਇਹਨੂੰ ਚਰਚ ਲੈ ਕੇ ਆਂਦਾ ਸੀ ਇਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ। ਅਸੀਂ ਪ੍ਰਾਰਥਨਾ ਤੋਂ ਰਿਸੀਵ ਤੋਂ ਬਾਅਦ ਪਰ ਜਦੋਂ ਇਹਨੂੰ ਅਸੀਂ ਚੈੱਕ ਕੀਤਾ ਤੇ ਇਹਨੇ ਆਪਣੇ ਪੈਰ ਪੁੱਟਣੇ ਸ਼ੁਰੂ ਕਰ ਦਿੱਤੇ ਸੀ। ਜਦੋਂ ਅਸੀਂ ਇਹਨੂੰ ਚੱਲਦੇ ਦੇਖਿਆ ਤੇ ਮੈਂ ਬਹੁਤ ਜ਼ਿਆਦਾ ਖੁਸ਼ ਸੀਗੀ। ਮੇਰੇ ਮਨ ਤੋਂ ਇੱਕ ਹਿਸਾਬ ਦਾ ਬੋਝ ਲੱਥ ਚੁੱਕਿਆ ਸੀ। ਮੈਨੂੰ ਵਿਸ਼ਵਾਸ ਸੀ ਕਿ ਹੁਣ ਮੇਰਾ ਬੱਚਾ ਚੱਲ ਪਊਗਾ, ਹੁਣ ਇਹ ਬੋਲਣ ਵੀ ਲੱਗ ਜੂਗਾ। ਉਸ ਪ੍ਰੇ ਤੋਂ ਬਾਅਦ ਫਿਰ ਇਹਦੀ ਲਾਈਫ ਦੇ ਵਿੱਚ ਬਹੁਤ ਬਦਲਾਵ ਆ ਗਏ। ਇਹਨੇ ਬੋਲਣਾ ਸਟਾਰਟ ਕਰ ਦਿੱਤਾ, ਇਹਨੂੰ ਹੌਲੀ ਹੌਲੀ ਬੋਲਣਾ ਆ ਗਿਆ, ਇਹਨੂੰ ਸੁਣਨਾ ਵੀ ਸਟਾਰਟ ਕਰ ਦਿੱਤਾ ਤੇ ਇਹ ਹੌਲੀ ਹੌਲੀ ਚੱਲਣ ਵੀ ਲੱਗ ਗਿਆ ਸੀਗਾ। ਪਹਿਲਾਂ ਮੈਨੂੰ ਇਹਨੂੰ ਛੋਟੇ ਬੱਚੇ ਦੀ ਤਰ੍ਹਾਂ ਇਹਨੂੰ ਕੇਅਰ ਕਰਨੀ ਪੈਂਦੀ ਸੀ, ਵੀ ਜਿਵੇਂ ਇਹਦੇ ਡੈਪਰ ਲਗਾਉਣਾ, ਵੀ ਇਹਨੂੰ ਮੰਜੇ ਤੇ ਪਾ ਕੇ ਇਹਦੇ ਤੇ ਗਿੱਲਾ ਕੱਪੜਾ ਮਾਰ ਦੇਣਾ। ਪਰ ਹੁਣ ਇਹਨੂੰ ਏਦਾਂ ਨਹੀਂ ਕਰਨਾ ਪੈਂਦਾ। ਹੁਣ ਇਹ ਆਪ ਹੀ ਨਹਾ ਲੈਂਦਾ ਹੈ, ਆਪ ਹੀ ਖਾਣਾ ਖਾਂਦਾ ਹੈ, ਆਪ ਹੀ ਸਕੂਲ ਦੀ ਵਰਦੀ ਪਾ ਕੇ ਆਪ ਹੀ ਸਕੂਲ ਜਾਂਦਾ ਹੈ। ਤੇ ਹੁਣ ਇਹਦਾ ਮੈਡਮ ਨੇ ਹੁਣ ਇਹਦੀ ਨੇ ਦੱਸਿਆ ਵੀ ਇਹਦਾ ਦਿਮਾਗ ਵੀ ਬਹੁਤ ਆ, ਪੜ੍ਹ ਵੀ ਲੈਂਦਾ, ਬੋਲ ਵੀ ਲੈਂਦਾ, ਲਿਖ ਵੀ ਲੈਂਦਾ। ਜਿਨ੍ਹਾਂ ਦੇ ਬੱਚਿਆਂ ਦੀ ਅੱਜ ਵੀ ਦਿਮਾਗੀ ਹਾਲਤ ਠੀਕ ਨਹੀਂ ਗੀ, ਮੈਂ ਉਹਨਾਂ ਦੇ ਮਾਪਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਵੀ ਤੁਸੀਂ ਪਰਮੇਸ਼ਰ ਨੂੰ ਜਾਣੋ ਤੇ ਪਰਮੇਸ਼ਰ ਦੇ ਲੜ ਲੱਗੋ। ਜਿਵੇਂ ਪਰਮੇਸ਼ਰ ਨੇ ਮੇਰੇ ਬੱਚੇ ਨੂੰ ਬਲੈਸ ਕੀਤਾ, ਮੇਰੇ ਬੱਚੇ ਦੀ ਬੁੱਧ ਨੂੰ ਬਲੈਸ ਕੀਤਾ, ਮੇਰੇ ਬੱਚੇ ਨੂੰ ਚੱਲਣਾ, ਬੋਲਣਾ, ਸੁਣਨਾ ਸਿਖਾਇਆ, ਪਰਮੇਸ਼ਰ ਤੁਹਾਡੇ ਬੱਚਿਆਂ ਨੂੰ ਵੀ ਬਲੈਸ ਕਰੂਗਾ। ਪਹਿਲਾਂ ਮੇਰੇ ਬੇਟੇ ਨੂੰ ਲੋਕੀ ਕਮਲਾ ਕਹਿੰਦੇ ਸੀਗੇ ਤੇ ਹੁਣ ਜਦੋਂ ਇਹ ਠੀਕ ਹੋ ਗਿਆ, ਬੋਲਣ ਚੱਲਣ ਲੱਗ ਗਿਆ ਤੇ ਹੁਣ ਲੋਕੀ ਕਹਿੰਦੇ ਆ ਵੀ ਤੁਹਾਡੇ ਪ੍ਰਭੂ ਨੇ ਚੰਗਾ ਕੀਤਾ ਇਹਨੂੰ। ਕਿਉਂਕਿ ਜਿੱਥੇ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ, ਸਾਰੇ ਵੈਦਾਂ ਹਕੀਮਾਂ ਨੇ ਜਵਾਬ ਦਿੱਤਾ ਸੀਗਾ, ਉੱਥੇ ਪ੍ਰਭੂ ਯਿਸੂ ਮਸੀਹ ਨੇ ਇੱਕ ਚੰਗਾ ਕੀਤਾ ਹੈ। A O apple, B for ball, T for tat, T for dog. ਇਸ ਵੱਡੇ ਚਮਤਕਾਰ ਦੇ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਤੇ ਪ੍ਰਭੂ ਦੇ ਦਾਸ ਦਾ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। ये बहुत ही अद्भुत गवाही है। ये भाई पूरी तरह डेथ बेड पर थे, आईसीयू में जा चुके थे जब जूम ऐप के माध्यम से परमेश्वर के दास प्रेरित अंकुर यूसुफ नरूला जी ने इन पर प्रार्थना की तो प्रभु की आत्मा ने इन्हें छुआ और इन्हें डेथ बेड से उठाकर खड़ा किया। तो आइए सुनते हैं इनकी शॉकिंग टेस्टमनी को। सबको जय मसीह की। मेरा नाम रजनी सूरी है और ये मेरे हस्बैंड पवन कुमार सूरी हैं। हम बटाला के रहने वाले हैं
और मैं आज इनके जीवन की बहुत बड़ी गवाही आप सबके साथ शेयर करने जा रही हूँ। मई 2023 रात 1:30 बजे मेरे हस्बैंड जो वॉशरूम में इनको बहुत ज़बरदस्त वॉमिटिंग आने लग गई और मैं सो रही थी, तो मेरी भी अचानक से आँख खुली और मैंने देखा कि इनको ज़बरदस्त वॉमिटिंग आ रही है और मेरे उठने तक ये वॉशरूम में गिर गए और गिरने के बाद मैंने इनको देखा कि इनको बिल्कुल भी होश नहीं थी। जब बच्चों ने भी आके देखा कि कोई रिस्पॉन्स नहीं कर रहे थे ये, तो हमने उन्हें इमीडिएटली गाड़ी में इन्हें डाला। गाड़ी में ले जाके हम लोकल बटाला के हॉस्पिटल में इनको लेके गए और वहाँ पर जो डॉक्टर्स थे उन्होंने कहा कि इनका बीपी बहुत ज़्यादा राइज़ किया है और ये हम मतलब यहाँ पे कंट्रोल नहीं हो पाएगा, इन्हें इमीडिएटली आप अमृतसर ले जाएं। तो रात को ही उसी समय हम इन्हें अमृतसर ले गए। जब अमृतसर हम लोग इनको सेकंड हॉस्पिटल में लेकर गए तो वहाँ पर भी डॉक्टर्स ने कहा कि इनका काफ़ी केस क्रिटिकल है, इन्हें आप फोर्टिस हॉस्पिटल जो कि अमृतसर का बहुत बड़ा हॉस्पिटल है वहाँ ले जाओ इमीडिएटली। उसी समय हम इनको वहाँ पर ले गए। जब हम इन्हें अमृतसर फोर्टिस हॉस्पिटल में लेके गए तो वहाँ पर इमरजेंसी में इनको एडमिट किया गया और डॉक्टर्स ने इन्हें डायग्नोज किया और हमें रेफ़र किया कि इन्हें सीटी स्कैन होगा। एमआरआई होने के बाद रिपोर्ट आई तो उन्होंने बताया कि इनके ब्रेन में हैवी ब्लीडिंग हो चुकी है, जो कि इनका ब्रेन का थैलेमिक पार्ट है उसके ऊपर बहुत ज़्यादा ब्लीडिंग हो गई थी नस फटने की वजह से। उन्होंने बताया कि इनको ब्रेन हैमरेज हो गया और उन्होंने कहा कि इनका हम एक ही इनका इलाज है कि हम इनका ऑपरेट करेंगे। फिर अगले दिन डॉक्टर्स ने इनका ऑपरेट किया। ऑपरेशन पूरे 3 घंटे तक चला और उसके बाद में 3 घंटे के बाद ऑपरेशन के बाद मतलब जब इनको मिलने के लिए गए तो इनको कोई होश नहीं थी, किसी को पहचान नहीं रहे थे, हमारी तरफ देख भी नहीं रहे थे और उसके बाद में ये पूरी टोटली उस पे थे, ऑक्सीजन पे थे, वेंटिलेटर पर लगे हुए थे। इनकी कंडीशन में कोई भी सुधार नहीं आ रहा था और सबसे बड़ी प्रॉब्लम जो डॉक्टर्स के सामने हो गई थी कि वो इन्हें वेंटिलेटर से हटा नहीं पा रहे थे और उसको हटाने के लिए उन्होंने एक ट्रिकोस्मी, एक छोटा ऑपरेशन होता है गले का, जिसमें गले में छेक डालकर एक पाइप डाली जाती है। तो उसके बाद में इनका एक छोटा ऑपरेशन गले का हुआ, उसमें पाइप लगी इनके गले में और उनकी डेली दिन में 3 बार उनका गले से सक्शन होता था और वो जो कि बहुत ही पेनफुल था। मेरे हस्बैंड टोटली कोमा में चले गए और इनको फूड पाइप लगी हुई थी, गले की पाइप एक अलग लगी हुई थी, यूरिन पाइप लगी हुई थी और एक पाइप जो है वो सिर में अलग से उन्होंने ऑपरेशन के बाद लगाई हुई थी, जिसमें से कि सारा जो उनका ब्लड वगैरह था वो सारा एक्स्ट्रा निकाल रहे थे वो। वहीं पर आईसीयू में इन्हीं की तरह के पेशेंट्स की डेथ को भी हमने अपनी सामने देखा और उन्होंने डॉक्टर्स ने बताया कि इनका भी सेम केस है और उनको बिल्कुल होश नहीं आई और उन्होंने बता दिया कि इनकी डेथ हो जानी है और उनको देखकर हम और ज़्यादा घबरा जाते थे। जिस समय डॉक्टर्स कोई भी रिस्पॉन्स नहीं दे रहे थे और मतलब हर तरफ से हम रिश्तेदारों से और इधर उधर से सब नेगेटिव बातें सुन रहे थे, तो मतलब मन बहुत घबरा जाता था। लेकिन हमारा भरोसा सिर्फ परमेश्वर पर था, क्योंकि हम बहुत लंबे अरसे से अंकुनुला मिनिस्ट्रीज़ के साथ जुड़े हुए हैं, यहाँ के चर्च मेंबर हैं। हमने यहाँ पर अंकुनुला मिनिस्ट्रीज़ की बहुत सी गवाहियों को सुना हुआ था। जब हम लोग ऑनलाइन मीटिंग्स को मैं वहाँ बाहर बैठे हुए देखती थी, बहुत सी पैरालाइज के पेशेंट्स और कोमा के पेशेंट्स, इसी तरह के ब्रेन हैमरेज के पेशेंट्स, बहुत लोगों की गवाहियाँ उन दिनों में मैं सुन रही थी और उससे मेरा फेथ बढ़ रहा था कि जैसे ये लोग ठीक हुए हैं मेरे हस्बैंड भी ठीक हो सकते हैं। उस दौरान हमने ANM हॉस्पिटल प्रेयर लाइन gmail.com पर हमने इनकी रजिस्ट्रेशन करवाई। फिर 8 जून 2023 को परमेश्वर के दास ने इन पर ले हैंड किया जूम ऐप के द्वारा। ऑनलाइन जीसस आपको हील कर रहे हैं। बी हील्ड इन जीसस ने। एक जन खुदाबंद तेरे नाम में चंगा हो। बी हील्ड इन जीसस नेम, आमीन। ऊंचा जिस समय परमेश्वर के दास प्रेयर कर रहे थे, आईसीयू में मैं इनके साथ थी और बाय फेथ मैंने उस हीलिंग प्रेयर को रिसीव किया अपने हस्बैंड के लिए और उसके हीलिंग प्रेयर के तुरंत बाद इन्हें धीरे धीरे इनको जो है वो होश आने लग गया। डे बाय डे इनकी बॉडी में इम्प्रूवमेंट आने लग गई। उसके बाद में हमने जो है डॉक्टर्स ने इन्हें और इनकी बेटर ट्रीटमेंट के लिए
जो इनकी यहाँ पे गले में ट्रिकॉस्मी डाली हुई थी, फिर धीरे धीरे वो भी इनकी रिमूव हो गई और फिर इनकी यूरिन पाइप हट गई। जब कोमा से धीरे धीरे बाहर आए, इनकी रिकवरी हुई, तो उसके बाद में इन्होंने हमें पहचानना शुरू किया, मेरा नाम लिया और बेटे को भी पहचाना, बहू को पहचाना, उसका भी नाम लिया, हल्की हल्की बातें करने लग गए हमारे साथ। इनकी व्हील चेयर पर थे, वो भी इनकी हट गई, वॉकर से चलते थे वो भी हट गई, और उसके बाद में इनकी जो पैरालाइज्ड बॉडी थी वो भी बिल्कुल ठीक हो गई। डॉक्टर्स भी सब हैरान थे और उन्होंने कहा था कि कोई 100 में से कोई एक आदमी ऐसा केस है जो ठीक होता है, क्योंकि जो रिपोर्ट्स हमने सेकेंड ओपिनियन के लिए दूसरे डॉक्टर्स को भी दिखाई, वो खुद हैरान थे कि ऐसा केस जो है ये बच नहीं सकता। अब वो जो रिलेटिव्स जो कहते थे कि इनका बचना बहुत मुश्किल है, वो आज इनको देखकर बहुत हैरान होते हैं कि वही पर्सन जो एकदम इतने सारे दिनों के लिए डेड पड़ा हुआ था, वो आज बिल्कुल ठीक है और चल फिर रहा है उनके सामने। और आज ये सब अपने काम खुद कर लेते हैं, हमसे बातें करते हैं और खाना भी खुद खाते हैं, इवन वॉशरूम चले जाते हैं खुद, सीढ़ियाँ भी चढ़ लेते हैं, डबल सीढ़ियाँ चढ़ के छत पे भी चले जाते हैं, वहाँ पे भी जाके वॉक कर लेते हैं। अब हम अपनी लाइफ में अपनी फैमिली के साथ हम इनके साथ बहुत खुश हैं, बिल्कुल हेल्दी हैं, ये बिल्कुल स्वस्थ हैं। ये आज जिन लोगों के परिवार के सदस्य कोमा में हैं, वेंटिलेटर पर लगे हुए हैं, हॉस्पिटल्स में इतनी देर तक एडमिट हैं, मैं आज उन सबको यही मैसेज देना चाहती हूँ कि वो परमेश्वर पर विश्वास करें। परमेश्वर हर एक नेगेटिव से नेगेटिव सिचुएशन को पॉजिटिव कर सकते हैं। जैसा प्रभु ने हमारी ज़िंदगी में किया, वैसा ही प्रभु आपकी ज़िंदगी में भी कर सकते हैं। मेरे हस्बैंड की इस अद्भुत चंगाई के लिए, उनके नए जीवन के लिए मैं प्रभु का बहुत बहुत धन्यवाद करती हूँ और प्रभु के दास का भी बहुत बहुत धन्यवाद करती हूँ। आप सबको जय मसीह की। तालियों के साथ परमेश्वर की तारीफ करें, जोर से सबसे तारीफ करें। वो गल्ला जो पुरानी